ਉਹਦੀ ਸੋਚ ਇਹ ਹੈ ਤੇ ਦੂਸਰੇ ਪਾਸੇ ਸਾਨੂੰ ਭਰੋਸਾ ਹੈ ਕਿ ਇਹ ਲੋਕ ਜਿੰਨੇ ਆ ਰਹੇ ਨੇ ਇਹ ਸ਼ਾਂਤਮਈ ਸੰਘਰਸ਼ ਚੱਲਿਆ ਸ਼ਾਂਤਮਈ ਰਹੇਗਾ ਤੇ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕਰਾ ਕੇ ਜਾਵਾਂਗੇ। ਮੰਗ ਨਹੀਂ ਮੰਨਦੀ ਸਰਕਾਰ, ਹਾਂ ਜਾਂ ਨਾ ਦਾ ਜਵਾਬ ਨਹੀਂ ਦਿੰਦੀ, ਇਹ ਸੰਘਰਸ਼ ਦਿਨ ਪ੍ਰਤੀ ਦਿਨ ਇਸ ਤੋਂ ਵੀ ਤੇਜ਼ ਹੁੰਦਾ ਹੈ। ਤੁਹਾਨੂੰ ਲੱਗਦਾ ਹੈ ਕਿ ਹੁਣ ਬਹੁਤ ਮੀਟਿੰਗਾਂ ਹੋ ਗਈਆਂ, ਗ੍ਰਹਿ ਮੰਤਰੀ ਆ ਗਏ, ਖੇਤੀਬਾੜੀ ਮੰਤਰੀ ਆ ਗਏ, ਪ੍ਰਧਾਨ ਮੰਤਰੀ ਨੂੰ ਹੁਣ ਖੁਦ ਅੱਗੇ ਆਉਣਾ ਚਾਹੀਦਾ, ਪਹਿਲ ਕਰਨੀ ਚਾਹੀਦੀ ਹੈ ਤੇ ਜਥੇਬੰਦੀਆਂ ਨਾਲ ਆਪ ਬੈਠਣਾ ਚਾਹੀਦਾ। ਇੱਕ ਜਿਸ ਤਰ੍ਹਾਂ ਮਦਾਰੀ ਆਪਣੇ ਪਿੰਡ 'ਚ ਆਉਂਦਾ ਤੇ ਉਹ ਮਦਾਰੀ ਦੇ ਹੱਥ ਦੇ ਵਿੱਚ ਇੱਕ ਬਾਂਦਰ ਹੁੰਦਾ ਤੇ ਇੱਕ ਹੁੰਦਾ ਰਿਛ, ਉਹ ਨਚਾਉਂਦਾ। ਇਹ ਉਸ ਤਰ੍ਹਾਂ ਅਬਾਨੀ ਤੇ ਅਡਾਨੀ ਇਹਨਾਂ ਨੂੰ ਨਚਾ ਰਹੇ ਨੇ। ਇਹ ਲੋਕ ਜਿਹੜੇ ਆਏ ਆ ਇਹ ਖਾਲੀ ਨਹੀਂ ਮਰਦੇ। ਅਸੀਂ ਸ਼ਾਂਤਮਈ ਰਹੇ ਆ, ਸ਼ਾਂਤਮਈ ਰਹਿਣਾ। ਸਰਕਾਰ ਸੋਚੇ ਕਿ ਉਹਨੇ ਕੀ ਕਰਨਾ। ਸਾਡੀਆਂ ਹਿੱਕਾਂ ਸਰਕਾਰ ਦੀਆਂ ਗੋਲੀਆਂ ਖਾਣ ਲਈ ਤਿਆਰ ਨੇ। ਜਿੱਥੇ ਜੱਜ ਦਾ ਜਿਹੜੇ ਬੰਦੇ ਕਤਲ ਕਰ ਦੇਣ, ਇਹ ਅਮਿਤ ਸ਼ਾਹ ਉਹ ਬੰਦਾ ਹੈ। ਵੱਡੇ ਕਿਸਾਨ ਆਗੂ ਸਿਰਸਾ ਸਾਹਿਬ ਇੱਕ ਵਾਰ ਫਿਰ ਸਾਡੇ ਨਾਲ ਜੁੜ ਚੁੱਕੇ ਨੇ। ਸਿਰਸਾ ਸਾਹਿਬ, ਲੜਾਈ ਹੁਣ ਆਰ ਪਾਰ ਤੇ ਪਹੁੰਚ ਚੁੱਕੀ ਹੈ। ਬਿਲਕੁਲ ਆਰ ਪਾਰ ਤੇ ਲੜਾਈ ਹੈ ਔਰ ਸਰਕਾਰ ਆਪਣੀਆਂ ਜਿਹੜੀਆਂ ਉਹਦੀਆਂ ਕੁਝ ਛਾਲਾਂ ਨੇ ਉਹ ਤੋਂ ਬਾਜ ਨਹੀਂ ਆ ਜੀ। ਰਾਤ ਸਾਡੀ ਇਸ ਸਟੇਜ ਤੋਂ ਕਰੀਬ 10 ਵਜੇ ਦਾ ਟਾਈਮ ਸੀ, 10:30 ਦਾ। ਉਸ ਟਾਈਮ ਤੇ ਕਿਸੇ ਆਪਣੇ ਸ਼ਰਾਰਤੀ ਬੰਦੇ ਨੂੰ ਭੇਜ ਕੇ ਇੱਥੇ ਆਵਾਜ਼ ਦਵਾਤੀ ਵੀ ਅੱਜ ਬਹੁਤ ਹੀ ਫੋਰਸਾਂ ਆ ਚੁੱਕੀਆਂ ਨੇ, ਹਾਈ ਅਲਰਟ ਹੈ ਤੇ ਤੁਸੀਂ ਤਗੜਾ ਹੋ ਕੇ ਰਹਿਣਾ। ਅੱਜ ਦੀ ਰਾਤ ਬੜੀ ਖਤਰਨਾਕ ਰਾਤ ਹੈ। ਇਹ ਸਾਡੇ ਇੱਥੋਂ ਸਪੀਕਰ ਤੋਂ ਬੁਲਾਇਆ ਗਿਆ। ਉਸ ਟਾਈਮ ਤੇ ਮੈਂ ਜਿਹੜਾ ਸੀ ਉਧਰ ਪਰਲੀ ਸਾਈਡ ਤੇ ਰਾਉਂਡ ਲਾ ਰਿਹਾ ਸਾਂ ਤੇ ਮੈਨੂੰ ਫੋਨ ਗਿਆ। ਮੈਂ ਜਦੋਂ ਆਇਆ ਸਾਰੇ ਹਫੜਾ ਦਫੜੀ ਮੱਚੀ ਹੋਈ ਵੀ ਕੀ ਗੱਲ ਹੈ, ਅੱਜ ਕਿਸ ਤਰ੍ਹਾਂ ਹੋ ਰਿਹਾ, ਇਹ ਕੀ ਕਹਾਣੀ ਕੀ ਹੈ। ਕੋਈ ਕਹਿੰਦਾ ਕਿ ਅੱਜ ਫੋਰਸ ਬੜੀ ਆ ਗਈ ਆ। ਮੈਂ ਕਿਹਾ ਕੋਈ ਫੋਰਸ ਨਵੀਂ ਤਾਂ ਆਈ ਨਹੀਂ, ਉਹੀ ਹੈ। ਕਹਿੰਦੇ ਜੀ ਸਪੀਕਰ 'ਚ ਆਹ ਗੱਲ ਹੋਈ ਹੈ। ਫਿਰ ਮੈਂ ਆ ਕੇ ਇੱਥੋਂ ਸਪੀਕਰ ਤੋਂ ਆਵਾਜ਼ ਦਿੱਤੀ। ਮੇਰਾ ਕਹਿਣ ਤੋਂ ਭਾਵ ਹੈ ਕਿ ਸਰਕਾਰ ਕਦੇ ਲੜਕੀਆਂ ਨੂੰ ਭੇਜਦੀ ਹੈ ਲੜਕੀਆਂ ਸਮੇਤ, ਕਦੇ ਸ਼ਰਾਬ ਭੇਜਦੀ ਹੈ, ਕਦੇ ਇਸ ਤਰ੍ਹਾਂ ਦੀਆਂ ਆਵਾਜ਼ਾਂ ਦਬਾਉਂਦੀ ਹੈ। ਉਹਨਾਂ ਦਾ ਮਨੋਰਥ ਇੱਕੋ ਹੈ ਕਿ ਇਹ ਸੰਘਰਸ਼ ਜੋ ਕਿ ਬਹੁਤ ਸ਼ਾਂਤਮਈ ਔਰ ਬਹੁਤ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਤੇ ਪੰਜਾਬ ਹੀ ਨਹੀਂ ਪੂਰੇ ਭਾਰਤ ਹੀ ਨਹੀਂ ਵਿਸ਼ਵ ਦੇ ਵਿੱਚੋਂ ਲੋਕਾਂ ਨੇ ਇਸ ਦਿੱਲੀ ਦੇ 4 ਚੁਫੇਰੇ ਜੋ ਧਰਨੇ ਚੱਲਣੇ ਨੇ ਉਹਨਾਂ ਨੂੰ ਵਹੀਰਾਂ ਘਾਤੀਆਂ ਨੇ। ਕੱਲ੍ਹ ਮੈਨੂੰ ਫੋਨ ਆਇਆ ਛੱਤੀਸਗੜ੍ਹ ਤੋਂ, ਰਾਏਪੁਰ ਤੋਂ, ਜਿਹੜੇ ਟਰਾਂਸਪੋਰਟਰ ਸਨ ਉਹਨਾਂ ਦਾ ਸੁਖਦੇਵ ਸਿੰਘ ਨਾਂ ਮੁੰਡੇ ਦਾ। ਉਹ ਕਹਿਣ ਲੱਗਾ ਅੰਕਲ ਜੀ ਅਸੀਂ ਇੱਥੇ ਰਾਏਪੁਰ, ਭਲਈ ਤੇ ਦੁਰਗ ਬਾਕੀ ਵੀ ਜਿੱਥੇ ਜਿੱਥੇ ਸੀ ਅਸੀਂ ਬੰਦ ਕੀਤੇ ਨੇ ਤੇ ਹੁਣ ਅਸੀਂ ਚਾਹੁੰਦੇ ਆਪਣੇ ਕਿਸਾਨਾਂ ਨੂੰ ਇਹ ਗੱਲ ਕਹਿਤੀ ਆ ਵੀ ਤੁਸੀਂ ਟਰੱਕ ਬੱਸਾਂ ਜੋ ਕਹਿੰਦੇ ਭੇਜ ਦਿਓ। ਇੱਥੋਂ ਤੱਕ ਉਹਨੇ ਕਹਿਤਾ ਵੀ ਅਸੀਂ ਤੁਹਾਨੂੰ ਬਾਈ 에ਅਰ ਭੇਜਣ ਵਾਸਤੇ ਹਵਾਈ ਟਿਕਟਾਂ ਵੀ ਲਾ ਦਿੰਦੇ ਆ। ਮੈਂ ਲੋਕਾਂ 'ਚ ਉਤਸ਼ਾਹ, ਇਸ ਉਤਸ਼ਾਹ ਨੂੰ ਵੇਖ ਕੇ ਤੇ ਸਰਕਾਰ ਜਿਹੜੀ ਆ ਉਹ ਘਬਰਾਹਟ 'ਚ ਹੈ, ਉਹ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੀ ਆ। ਜਿਸ ਕਰਕੇ ਮੈਨੂੰ ਇਹ ਖਤਰਾ ਹੈ ਕਿ ਉਹ ਜੋ ਮੈਂ ਪਹਿਲਾਂ ਤੋਂ ਕਹਿ ਰਿਹਾ ਉਹ ਸਾਰੀਆਂ ਸਾਜ਼ਿਸ਼ਾਂ ਜਿਹੜੀ ਕਰਦੇ ਨੇ। ਪਰ ਅਕਾਲ ਪੁਰਖ ਜਿਹਨੇ ਸ੍ਰਿਸ਼ਟੀ ਸਾਜੀ ਹੈ ਉਹ ਵੀ ਕੁਝ ਸ਼ਕਤੀ ਹੈ, ਉਹ ਸਾਡੇ ਨਾਲ ਸਪੋਰਟ ਕਰ ਰਿਹਾ। ਸੋ ਉਹਦੀ ਸੋਚ ਇਹ ਹੈ ਤੇ ਦੂਸਰੇ ਪਾਸੇ ਸਾਨੂੰ ਭਰੋਸਾ ਹੈ ਕਿ ਇਹ ਲੋਕ ਜਿੰਨੇ ਆ ਰਹੇ ਨੇ ਇਹ ਸ਼ਾਂਤਮਈ ਸੰਘਰਸ਼ ਚੱਲਿਆ ਸ਼ਾਂਤਮਈ ਰਹੇਗਾ ਤੇ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕਰਾ ਕੇ ਜਾਵਾਂਗੇ। ਜਿਵੇਂ ਕਿ ਤਿੰਨੇ ਖੇਤੀ ਸੋਧ ਬਿੱਲ ਜਿਹੜੇ ਉਹ ਰੱਦ, ਬਿਜਲੀ ਸੋਧ ਬਿੱਲ, ਖੇਤੀ ਕਾਨੂੰਨ ਜਿਹੜੇ ਬਣ ਚੁੱਕੇ ਨੇ ਉਹ ਕਾਨੂੰਨਾਂ ਨੂੰ ਰੱਦ, ਖੇਤੀ ਸੋਧ ਬਿੱਲ ਜਿਹੜਾ ਆ ਰਿਹਾ ਉਹ ਰੱਦ ਅਤੇ ਜੋ ਪਰਾਲੀ ਦੇ ਸੰਬੰਧ 'ਚ ਕਾਨੂੰਨ ਬਣਿਆ ਉਹ ਰੱਦ, MSP ਪੂਰੇ ਭਾਰਤ 'ਚ ਲਾਗੂ ਕਰਾਉਣ ਵਾਸਤੇ ਇਹ ਜਿੰਨਾ ਚਿਰ ਮੰਗ ਨਹੀਂ ਮੰਨਦੀ ਸਰਕਾਰ, ਹਾਂ ਜਾਂ ਨਾ ਦਾ ਜਵਾਬ ਨਹੀਂ ਦਿੰਦੀ, ਇਹ ਸੰਘਰਸ਼ ਦਿਨ ਪ੍ਰਤੀ ਦਿਨ ਇਸ ਤੋਂ ਵੀ ਤੇਜ਼ ਹੁੰਦਾ ਜਾਏਗਾ। ਸਿਰਸਾ ਸਾਹਿਬ 12 ਤਰੀਕ ਨੂੰ ਵੱਡਾ ਐਲਾਨ ਕੀਤਾ ਜਥੇਬੰਦੀਆਂ ਨੇ ਕਿ ਜਿਹੜਾ ਦਿੱਲੀ ਜੈਪੁਰ ਦਿੱਲੀ ਐਗਰਾ ਐਕਸਪ੍ਰੈਸ ਵੇ ਉਹਨੂੰ ਘੇਰਾ ਪਾਉਣਾ ਆ।
ਉੱਥੇ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਆ ਕਿ ਉਹਦੇ ਲਈ ਤਿਆਰ ਨੇ ਜਥੇਬੰਦੀਆਂ ਜਿਹੜੇ ਉੱਥੇ ਜੇ ਘਿਰਾਓ ਕਰਨ ਕਿਸਾਨਾਂ ਨੇ ਜਾਣਾ, ਕਿਉਂਕਿ ਇੱਥੇ ਗਿਣਤੀ ਬਹੁਤ ਜ਼ਿਆਦਾ ਇਸ ਬਾਰਡਰ ਦੇ ਉੱਪਰ। ਇੱਥੋਂ ਕਿਸਾਨ ਕੋ ਜਾਣਗੇ ਘਿਰਾਓ ਕਰਨ ਜਾਂ ਦੂਸਰੇ ਸਾਈਡਾਂ ਤੋਂ ਹੀ ਕਿਸਾਨ ਆਉਣਗੇ, ਤੇ ਜਿਹੜੀ ਟਕਰਾਅ ਦੀ ਸਥਿਤੀ ਪੈਦਾ ਹੋਣੀ, ਕਿਉਂਕਿ ਪੁਲਿਸ ਨੇ ਵੀ ਆਪਣੀ ਤਾਕਤ ਲਾਉਣੀ ਹੈ ਤੇ ਇੱਧਰੋਂ ਕਿਸਾਨ ਜਥੇਬੰਦੀਆਂ ਦੀ ਤਾਕਤ। ਦੇਖੋ ਮੈਂ ਤੁਹਾਨੂੰ ਇਹ ਗੱਲ ਦੱਸਾਂ, ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਆਹ ਜਿਹੜਾ ਇਕੱਠ ਹੈ ਇਹ 'ਚੋਂ ਇੱਕ ਵੀ ਬੰਦਾ ਨਹੀਂ ਜਾਏਗਾ, ਇੱਥੇ ਹੋਰ ਆ ਰਹੇ ਜਿਹੜਾ ਰੁੱਤ ਕੋ ਟਿਕਰੀ ਬਾਰਡਰ ਜਿਹੜਾ ਉੱਥੇ ਸਾਡੇ ਨਾਲੋਂ 4 ਗੁਣਾ ਵੱਧ ਲੋਕ ਨੇ। ਜਿਹੜੀ ਗੱਲ ਟਕਰਾਓ ਦੀ ਵੀ ਜੈਪੁਰ ਹੋ ਰਿਹਾ 12 ਤਰੀਕ ਤੱਕ ਹੋ ਜਾਣਾ ਹੈ, ਇਹ ਨਹੀਂ ਵੀ 12 ਨੂੰ ਕਰਨਾ ਹੈ, ਅੱਜ 10 ਤਰੀਕ ਹੈ, ਉਹ ਤਾਂ 12 ਤੋਂ ਪਹਿਲਾਂ ਹੋ ਜਾਣਾ, 12 ਤੱਕ ਹੋ ਜਾਣਾ। ਜਿਹੜੀ ਗੱਲ ਟਕਰਾਓ ਦੀ ਹੈ, ਅਸੀਂ ਸ਼ਾਂਤਮਈ ਰਹੇ ਹਾਂ, ਸ਼ਾਂਤਮਈ ਰਹਿਣਾ। ਸਰਕਾਰ ਸੋਚੇ ਕਿ ਉਹਨੇ ਕੀ ਕਰਨਾ ਹੈ, ਸਾਡੀਆਂ ਹਿੱਕਾਂ ਸਰਕਾਰ ਦੀਆਂ ਗੋਲੀਆਂ ਖਾਣ ਲਈ ਤਿਆਰ ਨੇ, ਪਰ ਸਰਕਾਰ ਨੂੰ ਇੱਕ ਅਪੀਲ ਜ਼ਰੂਰ ਕਰਾਂਗੇ ਵੀ ਸਾਡੇ ਨੌਜਵਾਨਾਂ ਦਾ ਖਿਆਲ ਰੱਖੇ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਜਿਹੜੇ ਬੱਚੇ ਨੇ। ਤੁਹਾਨੂੰ ਲੱਗਦਾ ਹੈ ਕਿ ਹੁਣ ਬਹੁਤ ਮੀਟਿੰਗਾਂ ਹੋ ਗਈਆਂ, ਗ੍ਰਹਿ ਮੰਤਰੀ ਆ ਗਏ, ਖੇਤੀਬਾੜੀ ਮੰਤਰੀ ਆ ਗਏ, ਪ੍ਰਧਾਨ ਮੰਤਰੀ ਨੂੰ ਹੁਣ ਖੁਦ ਅੱਗੇ ਆਉਣਾ ਚਾਹੀਦਾ, ਪਹਿਲ ਕਰਨੀ ਚਾਹੀਦੀ ਆ ਤੇ ਜਥੇਬੰਦੀਆਂ ਨਾਲ ਆਪ ਬੈਠਣਾ ਚਾਹੀਦਾ? ਚਲੋ ਪ੍ਰਧਾਨ ਮੰਤਰੀ ਆ ਤੇ ਜਾਂਦਾ, ਪਰ ਪ੍ਰਧਾਨ ਮੰਤਰੀ ਆ ਕਿਉਂ ਨਹੀਂ ਰਿਹਾ, ਮੇਰੀ ਕੁਝ ਸਮਝ ਹੋਰ ਹੈ। ਮੈਂ ਸਮਝਦਾ ਕਿ ਇਹ ਜਿਹੜਾ ਪ੍ਰਧਾਨ ਮੰਤਰੀ ਹੈ ਇਹ ਕਿਤੇ ਇਹਨੂੰ ਕਾਰਪੋਰੇਟ ਘਰਾਣੇ ਅਬਾਨੀ ਅਡਾਨੀ ਬਿਰਲੇ ਟਾਟੇ, ਕਿਉਂਕਿ ਇਹ ਕਰੋਨਾ ਦਾ ਜਿਹੜਾ ਲਹਿਰ ਚੱਲੀ ਇਹਨਾਂ ਨੇ ਇੱਕ ਦਹਿਸ਼ਤ ਪਾਈ, ਇਹ ਵਰਲਡ ਲੈਵਲ ਦੀ ਇੱਕ ਸਕੀਮ ਹੈ, ਇਹ ਕਾਰਪੋਰੇਟ ਘਰਾਣਿਆਂ ਦੀ ਉਹਨਾਂ ਦੀ ਕਾਰਡ ਹੈ। ਉਹਨਾਂ ਨੇ ਇਹ ਕਰੋਨਾ ਨਾਂ ਦੀ ਬਿਮਾਰੀ ਦਾ ਇੱਕ ਜਿਹੜਾ ਸੀ ਹਊਆ ਖੜਾ ਕਰਕੇ ਇੱਥੇ ਜਿਹੜੇ ਪਹਿਲਾਂ ਚੱਲ ਰਹੇ ਸੰਘਰਸ਼ ਸੀ ਉਹਨਾਂ ਨੂੰ ਫੇਲ ਕੀਤਾ, ਤੇ ਉਸ ਤੋਂ ਬਾਅਦ ਇਹ ਜਿਹੜਾ ਇੱਥੇ ਹੁਣ ਵੀ ਇੱਕ ਜਿਹੜਾ ਉਹੀ ਕਰੋਨਾ ਤੇ ਇਹਨੂੰ ਕਾਰਪੋਰੇਟ ਘਰਾਣੇ ਜਿਨ੍ਹਾਂ ਨੇ ਇਹ ਬਿਮਾਰੀ ਜਿਹੜੀ ਕਰੋਨਾ ਨਾਂ ਦੀ ਲੈਂਦੀ, ਜਿਹੜੇ ਆਮ ਲੋਕਾਂ ਦੀ ਜਿਹੜੀ ਪ੍ਰਾਪਰਟੀ ਖਿੱਚਣਾ ਚਾਹੁੰਦੇ ਆ, ਇਹ ਇਕੱਠੀ ਕਰਨੀ ਚਾਹੁੰਦੇ ਆ, ਇਹ ਉਹਨਾਂ ਦਾ ਇੱਕ ਜਿਸ ਤਰ੍ਹਾਂ ਮਦਾਰੀ ਆਪਣੇ ਪਿੰਡ 'ਚ ਆਉਂਦਾ ਤੇ ਉਹ ਮਦਾਰੀ ਦੇ ਹੱਥ ਦੇ ਵਿੱਚ ਇੱਕ ਬਾਂਦਰ ਹੁੰਦਾ ਤੇ ਇੱਕ ਹੁੰਦਾ ਰਿਛ, ਉਹ ਨਚਾਉਂਦਾ। ਇਹ ਉਸ ਤਰ੍ਹਾਂ ਅਬਾਨੀ ਤੇ ਅਡਾਨੀ ਇਹਨਾਂ ਨੂੰ ਨਚਾ ਰਹੇ ਨੇ। ਇਹ ਗੱਲ ਗਲਤ ਹੈ, ਕਹਿਣੀ ਨਹੀਂ ਚਾਹੁੰਦਾ, ਪਰ ਦੁਖੀ ਮਨ ਤੋਂ ਕਹਿ ਰਿਹਾ, ਕਿਉਂਕਿ ਇਹਦੇ ਪ੍ਰਧਾਨ ਮੰਤਰੀ ਦੇ ਇਹ ਕਹਿੰਦਾ 56 ਚੌੜੀ ਛਾਤੀ, ਪਤਾ ਨਹੀਂ ਉਹ 56 ਕਿੱਥੇ ਆ, ਉਹਦੇ ਵਿੱਚ ਦਿਲ ਹੈ ਨਹੀਂ, ਉਹਦੇ ਵਿੱਚ ਮਨ ਜਿਹੜਾ ਬੜਾ ਚੰਚਲ ਹੁੰਦਾ, ਉਹ ਕਦੀ ਐ ਪਾਸੇ ਨੂੰ ਲੈ ਗਿਆ, ਕਦੀ ਇੱਧਰ ਨੂੰ ਲੈ ਗਿਆ, ਕਦੀ ਇੱਧਰ ਲੈ ਗਿਆ, ਕਦੀ ਇੱਧਰ ਲੈ ਗਿਆ। ਇਸ ਕਰਕੇ ਇਹ ਤੋਂ ਛੇਤੀ ਆਸ ਰੱਖਣੀ ਬੜੀ ਮੁਸ਼ਕਲ ਹੈ। ਤੇ ਜੇ ਕੋਈ ਭਾਵੇਂ ਕਿੰਨਾ ਵੀ ਕਠੋਰ ਦਿਲ ਹੋਵੇ, ਆਮ ਕਹਾਵਤ ਹੁੰਦੀ ਆ ਯਾਰ ਇਹ ਬੰਦਾ ਤਾਂ ਬੜਾ ਕਠੋਰ ਦਿਲ ਸੀ, ਮੰਨਣ ਵਾਲਾ ਨਹੀਂ ਸੀ, ਪਰ ਇਸ ਗੱਲ ਦੇ ਉੱਤੇ ਨਾ ਆ ਕੇ ਇਹ ਮੰਨ ਗਿਆ। ਸੋ ਇਹਦੇ ਵਿੱਚ ਦਿਲ ਹੈ ਨਹੀਂ, ਜੇ ਦਿਲ ਹੁੰਦਾ ਤੇ ਫਿਰ ਇਹ ਕੰਮ ਕਰਦਾ। ਅੱਜ ਇਹ ਮਨ ਦੀ ਬਾਤ ਕਰਦਾ, ਇਹਦੇ 'ਚ ਹੁਣ ਉਹ ਮੀਟਿੰਗ 'ਚ ਆ ਕੇ ਕੀ ਕਰੂਗਾ ਜਿਹਦੇ 'ਚ ਦਿਲ ਹੀ ਨਹੀਂ, ਦਿਲ ਦੀ ਬਾਤ ਹੀ ਨਹੀਂ ਕਰਨੀ, ਲੋਕਾਂ ਦੇ ਦਿਲ ਦੀ ਸਮਝਣੀ ਨਹੀਂ। ਸੋ ਬਹੁਤ ਔਖਾ ਹੈ, ਪਰ ਇੱਕ ਗੱਲ ਉਹਨਾਂ ਨੂੰ ਦੱਸ ਦੇਣੀ ਚਾਹੁੰਦੇ ਆ, ਇਹ ਲੋਕ ਜਿਹੜੇ ਆਏ ਆ ਇਹ ਖਾਲੀ ਨਹੀਂ ਮੁੜਦੇ। ਸਿਰਸਾ ਸਾਹਿਬ, ਹੁਣ ਸਰਕਾਰ ਆਪਣੀ ਜਗ੍ਹਾ ਅੜੀ ਹੋਈ ਹੈ, ਕਿਸਾਨ ਜਥੇਬੰਦੀਆਂ ਕਹਿੰਦੀਆਂ ਵੀ ਅਸੀਂ ਰੱਦ ਕਰਾ ਕੇ ਜਾਣੇ ਕਾਨੂੰਨ, ਵਿੱਚ ਦਾ ਰਸਤਾ ਨਹੀਂ ਨਿਕਲ ਗਿਆ। ਤੁਹਾਨੂੰ ਲੱਗਦਾ ਕਿ ਨਿਆਂਪਾਲਕਾਂ ਨੂੰ ਕੋਈ ਭੂਮਿਕਾ ਨਿਭਾਉਣੀ ਚਾਹੀਦੀ ਆ, ਕਿਉਂਕਿ ਨਿਆਂਪਾਲਕਾਂ ਦਾ ਵੱਡਾ ਰੁਤਬਾ ਇਸ ਦੇਸ਼ ਦੇ ਵਿੱਚ ਸਰਕਾਰ ਤੋਂ ਵੀ ਉੱਪਰ ਤਾਕਤਾਂ ਮੰਨੀਆਂ ਜਾਂਦੀਆਂ, ਨਿਆਂਪਾਲਕਾ ਕੁਝ ਭੂਮਿਕਾ ਨਿਭਾ ਸਕਦੀ ਇਹਦੇ ਵਿੱਚ? ਮੈਨੂੰ ਚੋਟੀ ਦੇ ਵਕੀਲਾਂ ਨੇ ਜਿਨ੍ਹਾਂ ਨਾਲ ਮੇਰੀਆਂ ਮੀਟਿੰਗਾਂ ਹੋਈਆਂ ਨੇ, ਉਹਨਾਂ ਵਕੀਲ ਸਾਹਿਬਾਨਾਂ ਨੇ ਜੋ ਗੱਲ ਕੀਤੀ ਆ, ਮੈਂ ਉਹ ਕਿਸੇ ਵਕੀਲ ਦਾ ਨਾਂ ਨਹੀਂ ਲਵਾਂਗਾ, ਬਹੁਤ ਵੱਡੀ ਗੱਲ ਕੀਤੀ ਆ ਤੇ ਆਮ ਚਰਚਾ ਹੈ। ਅਦਾਲਤਾਂ ਕਿੱਥੇ? ਅੱਜ ਸੁਪਰੀਮ ਕੋਰਟ ਜਿਹੜੀ ਆ ਉਹਦੇ ਜਿਹੜੇ ਜੱਜ ਸਾਹਿਬਾਨ ਨੇ ਉਹ ਕਿਸ ਤਰ੍ਹਾਂ ਦੇ ਪੈਸੇ ਦਿੰਦੇ ਨੇ? ਜਿੱਥੇ ਜੱਜ ਦਾ ਜਿਹੜੇ ਬੰਦੇ ਕਤਲ ਕਰ ਦੇਣ, ਇਹ ਅਮਿਤ ਸ਼ਾਹ ਉਹ ਬੰਦਾ ਹੈ ਜਿੱਥੇ ਕੇਸ ਚੱਲ ਰਿਹਾ ਸੀ ਤੇ ਉਹ ਜੱਜ ਨੂੰ ਉਸ ਕੇਸ 'ਚ ਇਹਨੂੰ ਸਜ਼ਾ ਹੋਣੀ ਯਕੀਨੀ ਸੀ। ਜਦੋਂ ਨੇ ਵੇਖਿਆ ਸਜ਼ਾ ਹੋਣ ਜਾ ਰਹੀ ਆ, ਉਹ ਜੱਜ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ, ਉਹ ਨਹੀਂ ਖਰੀਦਿਆ ਗਿਆ। ਉਹਨੂੰ ਮੁੜ ਕੇ ਡਰਾਉਣ ਦੀ ਕੋਸ਼ਿਸ਼ ਕੀਤੀ, ਉਹ ਡਰਿਆ ਨਹੀਂ। ਮੁੜ ਕੇ ਉਹਦਾ ਕਤਲ ਹੋਇਆ ਕਿ ਨਹੀਂ ਹੋਇਆ? ਜੇਕਰ ਜਿਹੜਾ ਆਦਮੀ ਕਤਲ ਕਰਵਾ ਸਕਦਾ ਅੱਜ ਉਹ ਗ੍ਰਹਿ ਮੰਤਰੀ ਦੀ ਕੁਰਸੀ ਤੇ ਬੈਠਾ ਹੈ, ਤੇ ਉਹਨਾਂ ਆਦਮੀਆਂ ਦੇ ਖਿਲਾਫ ਅਸੀਂ ਅਦਾਲਤਾਂ ਦੇ ਵਿੱਚ ਜਾ ਕੇ ਉੱਥੋਂ ਕੀ ਲਵਾਂਗੇ? ਸੋ ਇਸ ਕਰਕੇ ਅੱਜ ਸਿਸਟਮ ਜਿਹੜਾ ਹੈ ਉਹ ਖਰਾਬ ਹੋ ਚੁੱਕਾ, ਵੱਡੇ ਪੱਧਰ ਤੇ ਹੋ ਚੁੱਕਾ, ਜਿਹਨੂੰ ਸੁਧਾਰਨ ਦੀ ਲੋੜ ਹੈ। ਸੋ ਅੱਜ ਇਹ ਜਿਹੜੇ ਲੋਕ, ਇਹ ਜਿਹੜਾ ਸਾਡਾ ਸੰਘਰਸ਼ ਹੈ, ਇਹ ਪੰਜਾਬ ਤੋਂ ਸ਼ੁਰੂ ਹੋਇਆ ਸੀ, ਲੇਕਿਨ ਪੂਰੇ ਭਾਰਤ ਦੇ ਸਮੁੱਚੇ ਵਰਗਾਂ ਦਾ ਉਸ ਤੋਂ ਬਾਅਦ ਇਹ ਵਿਸ਼ਵ ਅੰਦੋਲਨ ਬਣ ਗਿਆ।
ਤੁਸੀਂ ਵਿਸ਼ਵ ਅੰਦੋਲਨ ਦੀ ਗੱਲ ਕੀਤੀ ਸਿਰਸਾ ਸਾਹਿਬ, ਸਰਕਾਰ ਸੁਣ ਨਹੀਂ ਰਹੀ, ਨਿਆਂਪਾਲਿਕਾ ਤੇ ਭਰੋਸਾ ਹੈ ਨਹੀਂ। ਕੀ ਲੱਗਦਾ ਕਿ ਕੋਈ ਅੰਤਰਰਾਸ਼ਟਰੀ ਪੱਧਰ ਤੇ ਕੋਈ ਪਾਬੰਦੀਆਂ ਝੱਲ ਸਕਦੀ ਹੈ ਕੇਂਦਰ ਸਰਕਾਰ, ਜਾਂ ਕੋਈ ਅੰਤਰਰਾਸ਼ਟਰੀ ਦਖਲਅੰਦਾਜ਼ੀ ਹੋਣ ਵਾਲੀ ਇਸ ਅੰਦੋਲਨ 'ਚ? ਜੇ ਛੇਤੀ ਕੋਈ ਫੈਸਲੇ ਨਾ ਨਿਕਲੇ ਤਾਂ ਜਿਹੜੀ ਬਾਹਰੋਂ ਦਖਲਅੰਦਾਜ਼ੀ ਹੋ ਸਕਦੀ ਹੈ, ਦੁਨੀਆ ਦੀਆਂ ਵੱਡੀਆਂ ਤਾਕਤਾਂ ਦਬਾਅ ਬਣਾ ਸਕਦੀਆਂ ਕੇਂਦਰੀ ਸਰਕਾਰ ਉੱਪਰ। ਯੂਐਨਓ 'ਚੋਂ ਆਵਾਜ਼ ਉੱਠਣੀ ਕੋਈ ਛੋਟੀ ਗੱਲ ਹੈ? ਯੂਐਨਓ 'ਚੋਂ ਆਵਾਜ਼ ਉੱਠਣੀ ਕੋਈ ਛੋਟੀ ਗੱਲ ਨਹੀਂ। ਇਸ ਕਰਕੇ ਸਾਨੂੰ ਉਸ ਅਕਾਲ ਪੁਰਖ ਦੇ ਭਰੋਸਾ, ਉਹਨੇ ਆਪੇ ਹੀ ਸਾਰੇ ਰਸਤੇ ਵਿਖਾਈ ਜਾਣੇ। ਬਹੁਤ ਬਹੁਤ ਧੰਨਵਾਦ। ਸਿਰਸਾ ਸਾਹਿਬ ਨੇ ਕਿਹਾ ਕਿ ਜਿਹੜੇ ਕਾਫੀ ਤਰ੍ਹਾਂ ਜਿਹੜੇ ਫੈਸਲੇ ਦਿੱਤੇ ਨੇ ਸਰਕਾਰ ਨੇ, ਉਹਨਾਂ ਦਾ ਲੱਗਦਾ ਕੋਈ ਅਸਰ ਨਹੀਂ ਹੋ ਰਿਹਾ ਤੇ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਕਿ ਅੰਤਰਰਾਸ਼ਟਰੀ ਦਬਾਅ ਪਵੇ ਕੇਂਦਰੀ ਸਰਕਾਰ ਦੇ ਉੱਪਰ ਤੇ ਉਸ ਤੋਂ ਬਾਅਦ ਕੋਈ ਕੇਂਦਰੀ ਵਜ਼ਾਰਤ ਕੋਈ ਚੰਗੇ ਫੈਸਲੇ ਲੈ ਸਕਦੀ ਹੈ।